ਅੱਜ ਆਓ ਅਸੀਂ ਸਵਰਗ ਵਿੱਚ ਵੱਧ ਕੀਮਤੀ ਕੀ ਹੈ ਇਸ ਉਪਦੇਸ਼ ਲੇਖ ਨਾਲ ਪਰਮੇਸ਼ਰ ਦੇ ਵਚਨਾਂ ਦਾ ਅਧਿਐਨ ਕਰੀਏ। ਸਾਰੇ ਲੋਕੋ, ਸਾਨੂੰ ਸਭ ਤੋਂ ਪਹਿਲਾਂ ਆਪਣੇ ਵਿਸ਼ਵਾਸ ਦੇ ਮੂਲ ਨੂੰ ਮਹਿਸੂਸ ਕਰਨ ਦੀ ਲੋੜ ਹੈ। ਫਿਰ ਹੀ ਅਸੀਂ ਵੱਡਾ ਅਤੇ ਮਜ਼ਬੂਤ ਵਿਸ਼ਵਾਸ ਰੱਖ ਸਕਦੇ ਹਾਂ ਜੋ ਦੂਸਰਿਆਂ ਲਈ ਇੱਕ ਉਦਾਹਰਨ ਦੇ ਰੂਪ 'ਚ ਕੰਮ ਕਰਦਾ ਹੈ। ਪਰ ਜੇਕਰ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਦੇ ਮੂਲ ਨੂੰ ਸਮਝੇ ਬਿਨਾਂ ਸਿਰਫ ਦੂਸਰਿਆਂ ਦੇ ਕੰਮਾਂ ਦੀ ਨਕਲ ਕਰੀਏ ਤਦ ਸਾਡਾ ਵਿਸ਼ਵਾਸ ਕਦੀ ਵੀ ਚੰਗਾ ਨਤੀਜਾ ਪੈਦਾ ਨਹੀਂ ਕਰੇਗਾ। ਮੈਨੂੰ ਯਾਦ ਹੈ ਕਿ ਮੈਂ ਪਹਿਲਾਂ ਇੱਕ ਵਾਰ ਤੁਹਾਡੇ ਨਾਲ ਇਹ ਕਹਾਣੀ ਸਾਂਝਾ ਕੀਤੀ ਸੀ। ਐਨੀਮੇਟਡ ਫਿਲਮ ਵਿੱਚ ਮਿਸਰ ਦਾ ਰਾਜਕੁਮਾਰ ਇੱਥੇ ਇੱਕ ਹਵਾਲਾ ਸੀ ਜੋ ਜ਼ਿਕਰਯੋਗ ਹੈ। ਮਾਰੂਥਲ ਵਿੱਚ ਸ਼ੁੱਧ ਸੋਨੇ ਦੀ ਤੁਲਨਾ ਵਿੱਚ ਪਾਣੀ ਵੱਧ ਕੀਮਤੀ ਹੈ ਅਤੇ ਗੁਆਚੀ ਹੋਈ ਭੇਡ ਲਈ ਇੱਕ ਅਜਾਲੀ ਰਾਜਾ ਦੀ ਤੁਲਨਾ ਵਿੱਚ ਵੱਧ ਕੀਮਤੀ ਹੈ। ਇੱਥੇ ਵੱਡੇ ਦਾ ਮਤਲਬ ਵੱਧ ਕੀਮਤੀ ਹੈ। ਸਮਾਜਿਕ ਅਹੁਦੇ ਦੇ ਮਾਮਲੇ ਵਿੱਚ ਕਿ ਰਾਜੇ ਦਾ ਅਹੁਦਾ ਦੂਸਰਿਆਂ ਦੀ ਤੁਲਨਾ ਵਿੱਚ ਵੱਡਾ ਤੇ ਜ਼ਿਆਦਾ ਕੀਮਤੀ ਨਹੀਂ ਹੈ, ਬਿਲਕੁਲ ਸਹੀ, ਉਹ ਵੱਧ ਕੀਮਤੀ ਹੈ। ਹਾਲਾਂਕਿ ਇੱਕ ਗੁਆਚੀ ਹੋਈ ਭੇਡ ਲਈ ਇੱਕ ਅਜਾਲੀ ਜੋ ਉਸ ਨੂੰ ਰਾਹ ਦਿਖਾ ਸਕਦਾ ਹੈ ਇੱਕ ਸ਼ਕਤੀਸ਼ਾਲੀ ਰਾਜੇ ਦੀ ਤੁਲਨਾ ਵਿੱਚ ਜ਼ਿਆਦਾ ਕੀਮਤੀ ਹੈ। ਜਦੋਂ ਅਸੀਂ ਵਿਚਾਰਦੇ ਹਾਂ ਕਿ ਕਿਹੜੀ ਚੀਜ਼ ਕਿਸ ਚੀਜ਼ ਨੂੰ ਵੱਧ ਕੀਮਤੀ ਬਣਾਉਂਦੀ ਹੈ ਤਦ ਅਸੀਂ ਸਥਿਤੀ ਦੇ ਅਨੁਸਾਰ ਉਸ ਦਾ ਮੁੱਲ ਬਦਲ ਸਕਦੇ ਹਾਂ। ਇਸ ਤਰ੍ਹਾਂ ਇੱਕ ਮਾਰੂਥਲ ਵਿੱਚ ਜੋ ਕੀਮਤੀ ਹੈ ਅਤੇ ਇੱਕ ਆਰਾਮਦਾਇਕ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਜੋ ਕੀਮਤੀ ਹੈ ਉਹ ਇੱਕ ਦੂਸਰੇ ਤੋਂ ਅਲੱਗ ਹਨ। ਧਰਤੀ ਉੱਤੇ ਰਹਿੰਦੇ ਹੋਏ ਲੋਕ ਸੋਨਾ, ਸੱਤਾ ਅਤੇ ਪ੍ਰਸਿੱਧੀ ਵਰਗੀਆਂ ਚੀਜ਼ਾਂ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਉਹਨਾਂ ਦਾ ਪਿੱਛਾ ਕਰਦੇ ਹਨ। ਪਰ ਜਦੋਂ ਉਹ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਤਦ ਜਿਨ੍ਹਾਂ ਚੀਜ਼ਾਂ ਨੂੰ ਉਹਨਾਂ ਨੇ ਕੀਮਤੀ ਸਮਝਿਆ ਸੀ ਕਿ ਉਹਨਾਂ ਦਾ ਮੁੱਲ ਨਹੀਂ ਬਦਲੇਗਾ। ਹਾਲ ਹੀ ਵਿੱਚ ਅਮਰੀਕਾ ਅਤੇ ਉੱਤਰ ਕੋਰੀਆ ਵਿਚਕਾਰ ਇੱਕ ਗੰਭੀਰ ਸਥਿਤੀ ਪੈਦਾ ਹੋਈ। ਇਹ ਇੰਨਾ ਤੇਜ਼ ਸੰਘਰਸ਼ ਸੀ ਕਿ ਉਹ ਮਿਸਾਈਲਾਂ ਲਾਂਚ ਕਰਨ ਅਤੇ ਇੱਕ ਦੂਜੇ ਤੇ ਹਮਲਾ ਕਰਨ ਲਈ ਤਿਆਰ ਹਨ। ਉਹਨਾਂ ਹਾਲਾਤਾਂ ਵਿੱਚ ਜੇਕਰ ਯੁੱਧ ਛਿੜ ਜਾਵੇ ਤਦ ਸਭ ਤੋਂ ਕੀਮਤੀ ਚੀਜ਼ ਕੀ ਹੋਵੇਗੀ? ਜੇਕਰ ਕੋਈ ਦੇਸ਼ ਯੁੱਧ ਵਿੱਚ ਹੁੰਦਾ ਹੈ ਤਦ ਧਨ ਕਾਗਜ਼ ਦੇ ਇੱਕ ਬੇਕਾਰ ਟੁਕੜੇ ਦੇ ਇਲਾਵਾ ਕੁਝ ਨਹੀਂ ਹੁੰਦਾ। ਲੋਕ ਕੀਮਤੀ ਧਾਤਾਂ ਜਿਵੇਂ ਕਿ ਸੋਨਾ ਖਰੀਦਣਾ ਸ਼ੁਰੂ ਕਰਦੇ ਹਨ। ਸੋਨੇ ਦੀ ਕੀਮਤ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ। ਭਾਵੇਂ ਹੀ ਲੋਕ ਸੋਨੇ ਨੂੰ ਕੀਮਤੀ ਮੰਨਦੇ ਹਨ, ਪਰ ਸਫਨਿਆ ਅਧਿਆਇ 1 ਵਚਨ 18 ਦੇ ਅਨੁਸਾਰ ਪਰਮੇਸ਼ਰ ਨੇ ਕਿਹਾ, ਯਹੋਵਾ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ। ਲੋਕ ਧਰਤੀ ਉੱਤੇ ਜਿਸ ਗੱਲ ਨੂੰ ਕੀਮਤੀ ਸਮਝਦੇ ਹਨ ਅਤੇ ਸਵਰਗ ਵਿੱਚ ਜੋ ਕੀਮਤੀ ਹੈ ਉਸ ਦੇ ਵਿੱਚ ਬਹੁਤ ਅੰਤਰ ਹੈ। ਇੱਕ ਅਮੀਰ ਮਨੁੱਖ ਮਰ ਗਿਆ ਅਤੇ ਪਰਮੇਸ਼ਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜਾ ਹੋਇਆ। ਆਪਣੇ ਪੂਰੇ ਜੀਵਨ ਵਿੱਚ ਜਿੰਨਾ ਵੀ ਧਨ ਉਸਨੇ ਇਕੱਠਾ ਕੀਤਾ ਸੀ ਉਸ ਤੋਂ ਉਸਨੇ ਇੱਕ ਵੱਡਾ ਸੋਨੇ ਦਾ ਟੁਕੜਾ ਪ੍ਰਾਪਤ ਕੀਤਾ ਅਤੇ ਉਸ ਨੂੰ ਆਪਣੇ ਨਾਲ ਸਵਰਗ ਲਿਜਾਣਾ ਚਾਹੁੰਦਾ ਸੀ। ਇਸ ਲਈ ਉਸਨੇ ਪਰਮੇਸ਼ਰ ਨੂੰ ਦਿਲੋਂ ਬੇਨਤੀ ਕੀਤੀ, ਮੈਂ ਪੂਰੇ ਜੀਵਨ ਸਖਤ ਮਿਹਨਤ ਕੀਤੀ ਅਤੇ ਧਰਤੀ ਉੱਤੇ ਸੋਨੇ ਦੀ ਇੱਟ ਛੱਡ ਦਿੱਤੀ ਹੈ, ਕਿਰਪਾ ਕਰਕੇ ਇਸ ਨੂੰ ਸਵਰਗ ਲਿਜਾਣ ਵਿੱਚ ਇਜਾਜ਼ਤ ਦਿਓ। ਕਿਉਂਕਿ ਉਹ ਮਨੁੱਖ ਜ਼ੋਰ ਪਾਉਂਦੇ ਹੋਏ ਪੁੱਛ ਰਿਹਾ ਸੀ ਤਦ ਪਰਮੇਸ਼ਰ ਨੇ ਉਸ ਦੀ ਮਰਜ਼ੀ ਨੂੰ ਸਵੀਕਾਰ ਕਰ ਲਿਆ। ਆਪਣੀ ਪੂਰੀ ਤਾਕਤ ਨਾਲ ਉਹ ਆਪਣੇ ਇਕੱਠੇ ਕੀਤੇ ਗਏ ਸਾਰੇ ਸੋਨੇ ਨੂੰ ਸਵਰਗ ਵਿੱਚ ਲਿਆਇਆ। ਪਰ ਉੱਥੇ ਪਹੁੰਚਣ ਤੇ ਉਸਨੇ ਕੀ ਪਾਇਆ? ਸਵਰਗ ਦੀਆਂ ਸੜਕਾਂ ਨੂੰ ਸ਼ੁੱਧ ਸੋਨੇ ਨਾਲ ਬਣਾਇਆ ਗਿਆ ਸੀ। ਸਵਰਗ ਵਿੱਚ ਸੋਨਾ ਸੜਕਾਂ ਲਈ ਉਪਯੋਗ ਕੀਤੇ ਜਾਣ ਵਾਲੇ ਪੱਥਰ ਤੋਂ ਇਲਾਵਾ ਕੁਝ ਨਹੀਂ ਸੀ। ਪਰ ਉਸਨੇ ਆਪਣਾ ਸਾਰਾ ਜੀਵਨ ਇੰਨੀ ਵਿਅਰਥ ਚੀਜ਼ ਲਈ ਬਰਬਾਦ ਕਰ ਦਿੱਤਾ। ਸਵਰਗ ਵਿੱਚ ਸੋਨਾ ਇੰਨਾ ਆਮ ਸੀ ਕਿ ਉੱਥੇ ਦੀਆਂ ਸੜਕਾਂ ਵੀ ਉਸ ਨਾਲ ਢੱਕੀਆਂ ਹੋਈਆਂ ਸੀ। ਇਸ ਲਈ ਉਸ ਨੂੰ ਆਪਣਾ ਪੂਰਾ ਜੀਵਨ ਅਤੇ ਜਵਾਨੀ ਅਜਿਹੀ ਵਿਅਰਥ ਚੀਜ਼ ਵਿੱਚ ਸਮਰਪਿਤ ਕਰਨ ਲਈ ਪਛਤਾਵਾ ਹੋਇਆ। ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਧਰਤੀ ਉੱਤੇ ਜੋ ਕੀਮਤੀ ਹੈ ਉਹ ਉਸ ਤੋਂ ਅਲੱਗ ਹੈ ਜੋ ਸਵਰਗ ਵਿੱਚ ਕੀਮਤੀ ਹੈ। ਕਿ ਬਾਈਬਲ ਵਿੱਚ ਇਹ ਨਹੀਂ ਕਿਹਾ ਗਿਆ ਹੈ ਕਿ ਧਰਤੀ ਉੱਤੇ ਸਾਡੇ ਰਹਿਣ ਦਾ ਸਮਾਂ ਸਥਾਈ ਹੈ, ਕਿਉਂ ਜੋ ਤੁਸੀਂ ਤਾਂ ਭਾਫ ਹੋ ਜਿਹੜੀ ਥੋੜਾ ਕੁਝ ਦਿਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ। ਇਸ ਤਰ੍ਹਾਂ ਬਾਈਬਲ ਮਨੁੱਖ ਜਾਤੀ ਦੇ ਜੀਵਨ ਦੇ ਬਾਰੇ ਵਰਣਨ ਕਰਦੀ ਹੈ। ਆਓ ਅਸੀਂ ਇਬਰਾਨੀਓ ਅਧਿਆਇ 9 ਵਚਨ 27 ਉੱਤੇ ਇੱਕ ਨਜ਼ਰ ਪਾਈਏ। ਅਤੇ ਜਿਵੇਂ ਮਨੁੱਖ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ, ਇਸ ਦਾ ਮਤਲਬ ਹੈ ਕਿ ਸਾਰੇ ਮੌਤ ਦਾ ਸਾਹਮਣਾ ਕਰਨਗੇ। ਲੋਕ ਆਪਣੀ ਮੌਤ ਹੋਣ ਤੱਕ ਅਜਿਹਾ ਵਰਤਾਵ ਕਰਦੇ ਹਨ ਮੰਨੋ ਉਹ ਧਰਤੀ ਉੱਤੇ ਸਦਾ ਲਈ ਜਿਉਂਦੇ ਰਹਿਣਗੇ। ਇਹੀ ਸਮੱਸਿਆ ਹੈ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਕੀ ਹੁੰਦਾ ਹੈ? ਨਿਆਂ ਹੁੰਦਾ ਹੈ। ਨਿਆਂ ਤੋਂ ਬਾਅਦ
ਅਸੀਂ ਬੇਸਹਾਰਾ ਹੋ ਕੇ ਸਵਰਗ ਜਾਂ ਨਰਕ ਵਿੱਚੋਂ ਇੱਕ 'ਚ ਪ੍ਰਵੇਸ਼ ਕਰਾਂਗੇ। ਸਵਰਗ ਜਾਣ ਲਈ ਜਦੋਂ ਤੱਕ ਅਸੀਂ ਇਸ ਧਰਤੀ ਉੱਤੇ ਹਾਂ, ਉਦੋਂ ਤੱਕ ਸਾਨੂੰ ਕੀਮਤੀ ਕੰਮ ਕਰਨ ਦੀ ਲੋੜ ਹੈ। ਬਾਈਬਲ ਵਿੱਚ ਲਿਖਿਆ ਹੈ ਕਿ ਕਿਸੇ ਨਾ ਕਿਸੇ ਦਿਨ ਹਰ ਕੋਈ ਮਰ ਜਾਵੇਗਾ ਅਤੇ ਨਿਆਂ ਦਾ ਸਾਹਮਣਾ ਕਰੇਗਾ। ਸਾਨੂੰ ਨਰਕ ਦੇ ਨਿਆਂ ਤੋਂ ਬਚਾਉਣ ਲਈ ਪਰਮੇਸ਼ਰ ਇਸ ਧਰਤੀ ਉੱਤੇ ਆਏ ਕਿ ਪਰਮੇਸ਼ਰ ਸਾਡੇ ਪਾਪਾਂ ਤੋਂ ਸਾਨੂੰ ਛੁਡਾਉਣ ਅਤੇ ਸਵਰਗ ਲਿਜਾਣ ਲਈ ਦੂਸਰੀ ਵਾਰ ਨਹੀਂ ਆਏ ਹਨ। ਮਾਰੂਥਲ ਵਿੱਚ ਸੋਨੇ ਦੀ ਤੁਲਨਾ ਵਿੱਚ ਪਾਣੀ ਵੱਧ ਕੀਮਤੀ ਹੈ। ਗੁਆਚੀ ਹੋਈ ਭੇਡ ਲਈ ਇੱਕ ਰਾਜਾ ਦੀ ਤੁਲਨਾ ਵਿੱਚ ਇੱਕ ਅਯਾਲੀ ਵੱਧ ਕੀਮਤੀ ਹੈ। ਆਪਣੀ ਸਥਿਤੀ ਦੇ ਆਧਾਰ ਤੇ ਲੋਕ ਵੱਖੋ ਵੱਖਰੀਆਂ ਚੀਜ਼ਾਂ ਦੀ ਕਦਰ ਕਰਦੇ ਹਨ। ਧਰਤੀ ਉੱਤੇ ਇਸ ਅਸਥਾਈ ਜੀਵਨ ਦੇ ਦੌਰਾਨ ਜੋ ਕੀਮਤੀ ਮੰਨਿਆ ਜਾਂਦਾ ਹੈ, ਉਸ ਉੱਤੇ ਧਿਆਨ ਦੇਣ ਦੀ ਬਜਾਏ ਆਓ ਅਸੀਂ ਇਸ ਗੱਲ ਦਾ ਪਾਲਣ ਕਰੀਏ ਜੋ ਸਾਨੂੰ ਸਦੀਪਕ ਸਵਰਗ ਵੱਲ ਲੈ ਜਾਂਦਾ ਹੈ। ਆਓ ਅਸੀਂ ਪਹਿਲਾ ਪਤਰਸ ਅਧਿਆਇ 1 ਉੱਤੇ ਇੱਕ ਨਜ਼ਰ ਪਾਈਏ। ਵਚਨ 24, ਕਿਉਂਕਿ ਹਰ ਬਸ਼ਰ ਘਾਹ ਹੀ ਹੈ, ਉਹਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਕੀ ਸਦਾ ਤੀਕ ਕਾਇਮ ਰਹਿੰਦਾ ਹੈ? ਪ੍ਰਭੂ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ। ਪਹਿਲਾ ਪਤਰਸ 1 ਵਿੱਚ ਫੁੱਲ, ਘਾਹ ਅਤੇ ਉਸ ਦੇ ਤੇਜ ਦਾ ਵਰਣਨ ਕੀਤਾ ਗਿਆ ਹੈ, ਪਰ ਇਹ ਸਾਰੀਆਂ ਚੀਜ਼ਾਂ ਸੁੱਕ ਜਾਣਗੀਆਂ ਅਤੇ ਗਾਇਬ ਹੋ ਜਾਣਗੀਆਂ। ਹਾਲਾਂਕਿ ਪਰਮੇਸ਼ਰ ਦੇ ਵਚਨ ਦੇ ਬਾਰੇ ਕੀ ਇੱਥੇ ਕਿਹਾ ਗਿਆ ਹੈ ਕਿ ਉਹ ਸਦਾ ਤੀਕ ਕਾਇਮ ਰਹੇਗਾ। ਕੁਝ ਲੋਕ ਕਹਿੰਦੇ ਹਨ, ਇੱਥੋਂ ਤੱਕ ਕਿ ਜੋ ਲੋਕ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦੇ, ਉਹ ਵੀ ਮਹਾਨ ਅਧਿਕਾਰ ਨਾਲ ਰਹਿੰਦੇ ਹੋਏ ਖੁਸ਼ਕਿਸਮਤ ਹਨ, ਪਰ ਉਹਨਾਂ ਦੀ ਮਹਿਮਾ ਅੱਖ ਦੇ ਝਪਕਣ ਵਾਂਗ ਸਿਰਫ ਥੋੜੇ ਜਿਹੇ ਪਲ ਲਈ ਰਹਿੰਦੀ ਹੈ। ਸਦੀਪਕ ਰਾਜ ਵਿੱਚ ਜਿੱਥੇ ਅਸੀਂ ਰਵਾਂਗੇ, ਅਜਿਹੀਆਂ ਚੀਜ਼ਾਂ ਨੂੰ ਬਿਲਕੁਲ ਵੀ ਕੀਮਤੀ ਨਹੀਂ ਮੰਨਿਆ ਜਾਂਦਾ। ਮੰਨ ਲਓ ਕਿ ਇੱਕ ਮਨੁੱਖ ਸੋਨੇ ਦੀ ਇੱਟ ਲੈ ਕੇ, ਜਿਸ ਨੂੰ ਉਹ ਕੀਮਤੀ ਮੰਨਦਾ ਹੈ, ਇੱਕ ਮਾਰੂਥਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਦ ਯਾਤਰਾ ਦੇ ਅੱਧੇ ਰਾਹ ਵਿੱਚ ਕੀ ਹੋਵੇਗਾ ਜੇਕਰ ਉਸਦੇ ਕੋਲ ਖਾਣ ਲਈ ਭੋਜਨ ਜਾਂ ਪੀਣ ਦੇ ਲਈ ਪਾਣੀ ਨਾ ਹੋਵੇ? ਉਸ ਪਲ ਵਿੱਚ ਸੋਨੇ ਦੀ ਇੱਟ ਉਸਦੇ ਲਈ ਕੀ ਕਰ ਸਕਦੀ ਹੈ? ਇਸ ਮਾਮਲੇ ਵਿੱਚ ਜ਼ਿਆਦਾ ਸੋਨੇ ਦੀ ਇੱਟ ਦੀ ਤੁਲਨਾ ਵਿੱਚ ਪਾਣੀ ਦਾ ਇੱਕ ਘੁੱਟ ਬਹੁਤ ਜ਼ਿਆਦਾ ਕੀਮਤੀ ਹੋਵੇਗਾ। ਪਹਿਲਾ ਪਤਰਸ ਦੀ ਕਿਤਾਬ ਦੁਆਰਾ ਸਾਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ ਕਿ ਸਵਰਗ ਵਿੱਚ ਕਿਸ ਗੱਲ ਦੀ ਕੀਮਤ ਸਭ ਤੋਂ ਵੱਡੀ ਹੈ ਅਤੇ ਕਿਸ ਨੂੰ ਕੀਮਤੀ ਮੰਨਿਆ ਜਾਂਦਾ ਹੈ। ਬਾਈਬਲ ਦੁਆਰਾ ਪਰਮੇਸ਼ਰ ਸਾਨੂੰ ਇਹ ਸਮਝਣ ਲਈ ਜਾਗਰੂਕ ਕਰਦੇ ਹਨ ਕਿ ਅਸਲ ਵਿੱਚ ਸਵਰਗ ਕਿੰਨਾ ਕੀਮਤੀ ਹੈ, ਤਾਂ ਜੋ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਰਹਿਣ ਦੀ ਤਿਆਰੀ ਕਰ ਸਕੀਏ। ਕਿਉਂਕਿ ਇਸ ਸੰਸਾਰ ਦੀ ਵਡਿਆਈ ਘਾਹ ਅਤੇ ਫੁੱਲ ਵਾਂਗ ਹੈ, ਫਿਰ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਫੜੀ ਰੱਖਣਾ ਚਾਹੀਦਾ ਹੈ। ਹੁਣ ਆਓ ਅਸੀਂ ਗਿਣਤੀ ਅਧਿਆਇ 21 ਵਚਨ 5 ਵਿੱਚ ਜਾ ਕੇ ਸਮਝੀਏ ਕਿ ਪਰਮੇਸ਼ਰ ਦਾ ਵਚਨ ਕਿੰਨਾ ਸ਼ਕਤੀਸ਼ਾਲੀ ਹੈ। ਸੋ ਪ੍ਰਜਾ ਯਹੋਵਾ ਦੇ ਵਿਰੁੱਧ ਬੋਲੀ ਅਤੇ ਮੂਸਾ ਦੇ ਵਿਰੁੱਧ ਬੋਲੀ, ਭਾਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਂਹ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ? ਇੱਥੇ ਨਾ ਰੋਟੀ ਹੈ ਨਾ ਪਾਣੀ ਹੈ, ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ। ਨਿਕੰਮੀ ਰੋਟੀ ਮੰਨਾ ਨੂੰ ਦਰਸਾਉਂਦੀ ਹੈ, ਜਿਸ ਦੀ ਪਰਮੇਸ਼ਰ ਨੇ 40 ਸਾਲਾਂ ਤੱਕ ਸਵਰਗ ਤੋਂ ਵਰਖਾ ਕੀਤੀ। ਪਹਿਲਾਂ ਤਾਂ ਉਹਨਾਂ ਨੇ ਇਸ ਨੂੰ ਇੱਕ ਸ਼ਾਨਦਾਰ ਚਮਤਕਾਰ ਮੰਨਿਆ। ਬੰਜਰ ਜੰਗਲ ਵਿਚਕਾਰ ਭੋਜਨ ਲੱਭਣ ਦਾ ਕੋਈ ਰਾਸਤਾ ਨਹੀਂ ਸੀ, ਪਰ ਪਰਮੇਸ਼ਰ ਨੇ 40 ਸਾਲਾਂ ਤੱਕ ਸਵਰਗ ਤੋਂ ਭੋਜਨ ਦੀ ਵਰਖਾ ਕੀਤੀ। ਇਹ ਇੱਕ ਚਮਤਕਾਰੀ ਦ੍ਰਿਸ਼ ਸੀ ਅਤੇ ਇਜ਼ਰਾਈਲੀਆਂ ਨੂੰ ਇਸ ਤੋਂ ਬਹੁਤ ਹੈਰਾਨੀ ਹੋਈ। ਮੰਨਾ ਦੀ ਮਾਤਰਾ ਵੀ ਛੋਟੀ ਨਹੀਂ ਸੀ, ਇਹ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਖਿਲਾਉਣ ਲਈ ਕਾਫੀ ਸੀ। ਪਹਿਲਾਂ ਤਾਂ ਮੰਨਾ ਉਹਨਾਂ ਲਈ ਇੰਨਾ ਕੀਮਤੀ ਅਤੇ ਮਿੱਠਾ ਸੀ ਕਿ ਉਹਨਾਂ ਨੇ ਕਿਹਾ ਕਿ ਇਸ ਦਾ ਸਵਾਦ ਸ਼ਹਿਦ ਨਾਲ ਬਣੇ ਪੂੜੇ ਵਰਗਾ ਹੈ। ਹਾਲਾਂਕਿ ਥੋੜੇ ਸਮੇਂ ਬਾਅਦ ਗਿਣਤੀ ਅਧਿਆਇ 21 ਵਿੱਚ ਉਹਨਾਂ ਨੇ ਇਸ ਨੂੰ ਨਿਕੰਮੀ ਰੋਟੀ ਕਿਹਾ। ਅਜਿਹਾ ਇਸ ਲਈ ਕਿਉਂਕਿ ਉਹਨਾਂ ਨੇ ਇਸ ਨੂੰ 40 ਸਾਲਾਂ ਤੱਕ ਹਰ ਦਿਨ ਖਾਧਾ ਸੀ। ਵਚਨ 6, ਤਾਂ ਯਹੋਵਾ ਨੇ ਪ੍ਰਜਾ ਵਿੱਚ ਅਗਨੀ ਸੱਪ ਘੱਲੇ ਅਤੇ ਉਹਨਾਂ ਨੇ ਲੋਕਾਂ ਨੂੰ ਡਸਿਆ, ਤਾਂ ਇਜ਼ਰਾਈਲੀਆਂ ਵਿੱਚੋਂ ਬਹੁਤ ਲੋਕ ਮਾਰੇ ਗਏ।
ਫਿਰ ਪ੍ਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਵਿਰੁੱਧ ਅਤੇ ਯਹੋਵਾ ਦੇ ਵਿਰੁੱਧ ਬੋਲੇ। ਹੁਣ ਯਹੋਵਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ। ਸੋ ਮੂਸਾ ਨੇ ਪ੍ਰਜਾ ਲਈ ਬੇਨਤੀ ਕੀਤੀ। ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹਨੂੰ ਇੱਕ ਡੰਡੇ ਉੱਤੇ ਰੱਖ ਦੇ, ਤਾਂ ਇਉਂ ਹੋਵੇਗਾ ਕਿ ਜਿਹੜਾ ਡੱਸਿਆ ਜਾਵੇ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਡੰਡੇ ਉੱਤੇ ਰੱਖਿਆ, ਤੇ ਇਉਂ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ ਤਾਂ ਉਹ ਪਿੱਤਲ ਦੇ ਸੱਪ ਵੱਲ ਨਿਗਾਹ ਕਰਕੇ ਜਿਉਂਦਾ ਰਹਿੰਦਾ ਸੀ। ਇੱਥੇ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਸਬਕ ਪ੍ਰਾਪਤ ਕਰ ਸਕਦੇ ਹਾਂ। 40 ਸਾਲਾਂ ਤੱਕ ਜੰਗਲ ਵਿੱਚ ਯਾਤਰਾ ਕਰਦੇ ਸਮੇਂ ਅਗਨੀ ਸੱਪਾਂ ਦੁਆਰਾ ਡੱਸੇ ਗਏ ਕਈ ਇਜ਼ਰਾਈਲੀਆਂ ਦੀ ਮੌਤ ਹੋ ਗਈ। ਉਹਨਾਂ ਨੇ ਮੂਸਾ ਅੱਗੇ ਬੇਨਤੀ ਕੀਤੀ, ਅਸੀਂ ਪਾਪ ਕੀਤਾ ਜੋ ਅਸੀਂ ਯਹੋਵਾ ਦੇ ਵਿਰੁੱਧ ਬੋਲੇ। ਹੁਣ ਯਹੋਵਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ। ਪਰਮੇਸ਼ਰ ਨੇ ਉਹਨਾਂ ਉੱਤੇ ਦਇਆ ਕੀਤੀ ਅਤੇ ਮੂਸਾ ਨੂੰ ਇਹ ਹੁਕਮ ਦਿੱਤਾ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹਨੂੰ ਡੰਡੇ ਉੱਤੇ ਰੱਖ ਦੇ, ਤਾਂ ਇਹ ਹੋਵੇਗਾ ਕਿ ਜਿਹੜਾ ਡੱਸਿਆ ਜਾਵੇ ਉਹ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਜਿਵੇਂ ਪਰਮੇਸ਼ਰ ਨੇ ਕਿਹਾ ਸੀ, ਠੀਕ ਉਸੇ ਤਰ੍ਹਾਂ ਮੂਸਾ ਨੇ ਪਰਮੇਸ਼ਰ ਦੇ ਵਚਨ ਦੱਸੇ। ਜੰਗਲ ਵਿੱਚ ਇਸ ਦ੍ਰਿਸ਼ ਉੱਤੇ ਸਾਨੂੰ ਨੇੜਿਓਂ ਨਜ਼ਰ ਪਾਉਣ ਦੀ ਲੋੜ ਹੈ ਜੋ ਇਜ਼ਰਾਈਲੀਆਂ ਦੀ 40 ਸਾਲਾਂ ਦੀ ਯਾਤਰਾ ਦੇ ਦੌਰਾਨ ਹੋਇਆ ਸੀ। ਲੋਕਾਂ ਦੇ ਦੋ ਸਮੂਹ ਸੀ। ਇੱਕ ਸਮੂਹ ਨੇ ਸਿਰਫ ਉਸ ਨੂੰ ਕੀਮਤੀ ਮੰਨਿਆ ਜੋ ਦਿਖਾਈ ਦਿੰਦਾ ਸੀ ਅਤੇ ਕਿਹਾ, ਉਸ ਪਿੱਤਲ ਦੇ ਸੱਪ ਨੇ ਸਾਨੂੰ ਬਚਾਇਆ। ਪਰ ਅਸਲ ਵਿੱਚ ਪਿੱਤਲ ਦੇ ਸੱਪ ਵਿੱਚ ਕਿਸੇ ਨੂੰ ਵੀ ਠੀਕ ਕਰਨ ਦੀ ਸ਼ਕਤੀ ਨਹੀਂ ਸੀ। ਇਹ ਬਸ ਪਿੱਤਲ ਦੇ ਟੁਕੜੇ ਤੋਂ ਬਣਾਇਆ ਗਿਆ ਇੱਕ ਸੱਪ ਸੀ ਜਿਸ ਦਾ ਲੋਕਾਂ ਉੱਤੇ ਕੋਈ ਪ੍ਰਭਾਵ ਨਹੀਂ ਪੈ ਸਕਦਾ ਸੀ। ਇਜ਼ਰਾਈਲੀ ਜਿਸ ਤੋਂ ਬਚਾਏ ਗਏ ਉਹ ਪਰਮੇਸ਼ਰ ਦਾ ਇਹ ਵਚਨ ਸੀ ਕਿ ਉਹਨੂੰ ਵੇਖ ਕੇ ਜਿਉਂਦਾ ਰਹੇਗਾ। ਫਿਰ ਵੀ ਇਜ਼ਰਾਈਲੀਆਂ ਨੇ ਪਰਮੇਸ਼ਰ ਦੇ ਵਚਨ ਦੀ ਅਣਗਹਿਲੀ ਕੀਤੀ ਅਤੇ ਪਿੱਤਲ ਦੇ ਸੱਪ ਨੂੰ ਆਪਣੇ ਦੇਵਤਾ ਵਜੋਂ ਪੂਜਣਾ ਸ਼ੁਰੂ ਕੀਤਾ। ਆਓ ਅਸੀਂ ਦੂਸਰਾ ਰਾਜਾਓਂ ਦੀ ਕਿਤਾਬ ਅਧਿਆਇ 18 ਦੇ ਨਾਲ ਜਾਰੀ ਰਹੀਏ। ਜਦੋਂ ਅਸੀਂ ਇਤਿਹਾਸ ਵਿੱਚ ਹੋਈ ਘਟਨਾ ਬਾਰੇ ਅਧਿਐਨ ਕਰਦੇ ਹਾਂ ਤਦ ਅਸੀਂ ਇਸ ਸਵਾਲ ਦਾ ਜਵਾਬ ਪਾ ਸਕਦੇ ਹਾਂ, ਸਵਰਗ ਦੇ ਰਾਜ ਵਿੱਚ ਸਭ ਤੋਂ ਕੀਮਤੀ ਕੀ ਹੈ। ਦੂਸਰਾ ਰਾਜਾਓ ਅਧਿਆਇ 18 ਵਚਨ 1। ਫਿਰ ਇਉਂ ਹੋਇਆ, ਭਾਈ ਇਜ਼ਰਾਈਲ ਦੇ ਪਾਤਸ਼ਾਹ ਐਲਾ ਦੇ ਪੁੱਤਰ ਹੋਸ਼ਿਆ ਦੇ ਤੀਜੇ ਵਰ੍ਹੇ ਵਿੱਚ ਅਜੈ ਦਾ ਪੁੱਤਰ ਹਿਜਕੀਆ ਯਹੂਦਾ ਦਾ ਪਾਤਸ਼ਾਹ ਰਾਜ ਕਰਨ ਲੱਗਾ। ਜਦ ਉਹ ਰਾਜ ਕਰਨ ਲੱਗਾ ਤਾਂ 25 ਵਰ੍ਹਿਆਂ ਦਾ ਸੀ ਅਤੇ ਉਸਨੇ 29 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਅੱਬੀ ਸੀ ਜੋ ਜ਼ਕਰਿਆ ਦੀ ਧੀ ਸੀ ਅਤੇ ਸਭ ਕੁਝ ਜੋ ਉਸਦੇ ਪਿਓ ਦਾਊਦ ਨੇ ਕੀਤਾ ਸੀ ਉਸਨੇ ਉਸੇ ਤਰ੍ਹਾਂ ਉਹ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। ਉਸਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ ਅਰ ਥੰਮਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਅਰ ਟੁੰਡਾਂ ਨੂੰ ਵੱਢ ਸੁੱਟਿਆ ਅਰ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾਚੂਰ ਕਰ ਦਿੱਤਾ, ਕਿਉਂ ਜੋ ਉਹਨਾਂ ਦਿਨਾਂ ਤਾਈਂ ਇਜ਼ਰਾਈਲੀ ਉਹਦੇ ਅੱਗੇ ਧੂਪ ਧੁਕਾਉਂਦੇ ਸਨ। ਧੂਪ ਧੁਕਾਉਣ ਦਾ ਮਤਲਬ ਹੈ ਉਹਨਾਂ ਨੇ ਬਲੀਦਾਨ ਚੜਾਇਆ। ਦੂਸਰੇ ਸ਼ਬਦਾਂ ਵਿੱਚ ਉਹ ਇੱਕ ਦੇਵਤਾ ਵਜੋਂ ਪਿੱਤਲ ਦੇ ਸੱਪ ਦੀ ਪੂਜਾ ਕਰ ਰਹੇ ਸੀ। ਚਕਨਾਚੂਰ ਕਰ ਦਿੱਤਾ ਕਿਉਂ ਜੋ ਉਹਨਾਂ ਦਿਨਾਂ ਤਾਈਂ ਇਜ਼ਰਾਈਲੀ ਉਹਦੇ ਅੱਗੇ ਧੂਪ ਧੁਕਾਉਂਦੇ ਸਨ। ਸੋ ਉਸਨੇ ਉਹਦਾ ਨਾਮ ਨੂਹ ਸ਼ੈਤਾਨ ਰੱਖਿਆ। ਮੂਸਾ ਦੁਆਰਾ ਬਣਾਏ ਗਏ ਪਿੱਤਲ ਦੇ ਸੱਪ ਦੇ 800 ਸਾਲਾਂ ਬਾਅਦ ਇਜ਼ਰਾਈਲ ਦੇ ਰਾਜਿਆਂ ਦੇ ਸਮੇਂ ਵਿੱਚ ਇਜ਼ਰਾਈਲੀਆਂ ਨੇ ਪਿੱਤਲ ਦੇ ਸੱਪ ਦੀ ਪੂਜਾ ਜਾਰੀ ਰੱਖੀ। ਕਿਉਂਕਿ ਪਰਮੇਸ਼ਰ ਆਤਮਾ ਹੈ, ਉਹ ਅਦ੍ਰਿਸ਼ ਹੈ। ਫਿਰ ਵੀ ਜਦੋਂ ਉਹਨਾਂ ਨੇ ਦਿਖਾਈ ਦੇਣ ਵਾਲੇ ਪਿੱਤਲ ਦੇ ਸੱਪ ਨੂੰ ਦੇਖਿਆ ਤਦ ਜਿਹੜੇ ਸੱਪ ਦੇ ਡੱਸੇ ਹੋਏ ਸੀ ਉਹਨਾਂ ਦੇ ਜ਼ਖਮ ਠੀਕ ਹੋ ਗਏ ਅਤੇ ਜ਼ਹਿਰ ਬੇਅਸਰ ਹੋ ਗਿਆ। ਇਜ਼ਰਾਈਲੀਆਂ ਨੇ ਸੋਚਿਆ ਪਿੱਤਲ ਦਾ ਸੱਪ ਅਸਲ ਵਿੱਚ ਸ਼ਕਤੀਸ਼ਾਲੀ ਹੈ ਅਤੇ ਇਸ ਨੂੰ ਆਪਣੇ ਦੇਵਤਾ ਵਜੋਂ ਪੂਜਣਾ ਸ਼ੁਰੂ ਕੀਤਾ। ਇੱਥੇ ਸਮੱਸਿਆ ਇਹ ਹੈ ਕਿ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਹਲਕੇ 'ਚ ਲਿਆ ਜਦੋਂ ਉਹਨਾਂ ਨੇ ਕਿਹਾ ਜੋ ਉਸ ਨੂੰ ਵੇਖੇ ਜਿਉਂਦਾ ਰਹੇਗਾ। ਉਹ ਪਿੱਤਲ ਦਾ ਸੱਪ ਨਹੀਂ ਸੀ ਜਿਸ ਨੇ ਉਹਨਾਂ ਲਈ ਜੀਵਨ ਦਾ ਰਾਹ ਖੋਲ੍ਹਿਆ, ਪਰ ਪਰਮੇਸ਼ਰ ਦਾ ਵਚਨ ਸੀ। ਸਾਨੂੰ ਠੀਕ ਪਰਮੇਸ਼ਰ ਦੁਆਰਾ ਦਿੱਤੇ ਗਏ ਵਚਨਾਂ ਦਾ ਪਾਲਣ ਕਰਨਾ ਅਤੇ ਉਹਨਾਂ ਦੇ ਅਨੁਸਾਰ ਜੀਣਾ ਚਾਹੀਦਾ ਹੈ। ਕਿ ਇਹ ਧਰਤੀ ਉੱਤੇ ਸਾਡੇ ਜੀਵਨ ਨੂੰ ਜੀਣ ਦਾ ਸਭ ਤੋਂ ਬੁੱਧੀਮਾਨ ਅਤੇ ਸਹੀ ਤਰੀਕਾ ਨਹੀਂ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 18 ਉੱਤੇ ਜਾਈਏ। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਇਸ ਪੋਥੀ ਦਾ ਮਤਲਬ ਬਾਈਬਲ ਹੈ। ਜੇ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ, ਮਤਲਬ ਬਾਈਬਲ ਵਿੱਚੋਂ ਕੁਝ ਵਧਾਵੇ, ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ। ਅਤੇ ਜੋ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ
ਤਾਂ ਜੀਵਨ ਦੇ ਬ੍ਰਿਕਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਦਾ ਹਿੱਸਾ ਘਟਾਵੇਗਾ, ਕਿਉਂਕਿ ਬਾਈਬਲ ਵਿੱਚ ਜੋ ਲਿਖਿਆ ਗਿਆ ਹੈ ਉਸ ਨੂੰ ਕਰਨਾ ਸਭ ਤੋਂ ਵੱਡਾ ਮੂਲ ਹੈ। ਇਸ ਲਈ ਪਰਮੇਸ਼ਰ ਨੇ ਸਾਨੂੰ ਆਪਣੇ ਜ਼ਮੀਰ ਦੇ ਅਨੁਸਾਰ ਨਾ ਤਾਂ ਵਧਾਉਣ ਅਤੇ ਨਾ ਹੀ ਇਸ ਵਿੱਚੋਂ ਕੁਝ ਘਟਾਉਣ ਲਈ ਕਿਹਾ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਜੋ ਵੀ ਕਿਹਾ ਜਾਂ ਭਵਿੱਖਬਾਣੀ ਕੀਤੀ ਉਹ ਸੱਚ ਹੈ। ਜਿਵੇਂ ਕਿ ਯਸਾਇਆ ਅਧਿਆਇ 46 ਵਚਨ 10 ਵਿੱਚ ਲਿਖਿਆ ਗਿਆ ਹੈ, ਉਹ ਜਿਹੜੇ ਸ਼ੁਰੂ ਤੋਂ ਅੰਤ ਜਾਣਦੇ ਹਨ ਉਹਨਾਂ ਨੇ ਮਨੁੱਖਾਂ ਦੀ ਅਗਵਾਈ ਕੀਤੀ, ਇਸ ਲਈ ਮੁਕਤੀ ਦਾ ਰਾਹ ਪੱਧਰਾ ਹੋਇਆ। ਇਸ ਕਰਕੇ ਮਨੁੱਖ ਜਾਤੀ ਨੂੰ ਇਸ ਦਾ ਮੁੱਲ ਸਹੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਪਰਮੇਸ਼ਰ ਦੇ ਵਚਨਾਂ ਦੀ ਆਗਿਆਕਾਰੀਤਾ ਵਿੱਚ ਜੀਵਨ ਜੀਣਾ ਚਾਹੀਦਾ ਹੈ। ਕਿ ਪਰਮੇਸ਼ਰ ਸਾਨੂੰ ਇਹ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਅਸੀਂ ਅਜਿਹਾ ਕਰਨ ਤੇ ਹੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਆਓ ਅਸੀਂ ਵਿਵਸਥਾ ਸਾਰ ਅਧਿਆਇ 28 ਵਚਨ 1 ਤੇ 1 ਨਜ਼ਰ ਮਾਰੀਏ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਕੀ ਕਰੇਗਾ? ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਸਾਰੇ ਲੋਕੋ, ਦੁਨੀਆ ਵਿੱਚ ਲੋਕ ਕਿਸ ਨੂੰ ਇੱਕ ਵਿਲੱਖਣ ਵਿਅਕਤੀ ਮੰਨਦੇ ਹਨ? ਕਿ ਇਹ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਹੋਵੇ? ਕਿ ਇਹ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਹੋਵੇ? ਕਿਉਂਕਿ ਦੁਨੀਆ ਦੇ ਲੋਕ ਇਹਨਾਂ ਚੀਜ਼ਾਂ ਨੂੰ ਕੀਮਤੀ ਮੰਨਦੇ ਹਨ। ਫਿਰ ਉਹਨਾਂ ਦਾ ਮੰਨਣਾ ਹੈ ਕਿ ਸਭ ਤੋਂ ਵਿਲੱਖਣ ਵਿਅਕਤੀ ਇਸ ਤਰ੍ਹਾਂ ਦੀ ਜਗ੍ਹਾ ਤੋਂ ਆਵੇਗਾ। ਹਾਲਾਂਕਿ ਨਾ ਤਾਂ ਯਿਸੂ ਨਾ ਹੀ ਰਸੂਲ ਪਤਰਸ ਅਜਿਹੀ ਜਗ੍ਹਾ ਤੋਂ ਆਏ ਸੀ। ਇਹ ਲਿਖਿਆ ਹੈ ਕਿ ਜੋ ਸਾਰੀਆਂ ਕੌਮਾਂ ਉੱਤੇ ਉੱਚੇ ਹੋਣਗੇ ਉਹ ਉਹੀ ਲੋਕੀ ਹਨ ਜੋ ਪਰਮੇਸ਼ਰ ਨੂੰ ਮੰਨਦੇ ਹਨ ਅਤੇ ਧਿਆਨ ਨਾਲ ਉਹਨਾਂ ਦੇ ਸਾਰੇ ਹੁਕਮਾਂ ਦਾ ਪਾਲਣ ਕਰਦੇ ਹਨ। ਵਚਨ 2, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸੀਸਾਂ ਤੁਹਾਡੇ ਉੱਤੇ ਆਉਣਗੀਆਂ, ਕਿਉਂਕਿ ਪਰਮੇਸ਼ਰ ਦੇ ਵਚਨਾਂ 'ਚ ਮਹਾਨ ਅਧਿਕਾਰ ਅਤੇ ਸ਼ਾਨਦਾਰ ਅਤੇ ਚਮਤਕਾਰੀ ਸ਼ਕਤੀ ਹੈ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਮੁਬਾਰਕ ਹੋਵੋ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੋਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾੜੀ ਅਤੇ ਤੁਹਾਡਾ ਪੜਾਤੜਾ। ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਣ ਵਿੱਚ। ਜੋ ਪਰਮੇਸ਼ਰ ਦੇ ਵਚਨ ਦਾ ਮੁੱਲ ਜਾਣਦੇ ਹਨ ਉਹ ਇਸ ਸਿਖਲਾਈ ਨੂੰ ਪੂਰੀ ਤਰ੍ਹਾਂ ਮੰਨਦੇ ਹਨ ਅਤੇ ਉਹਨਾਂ ਨੂੰ ਸਭ ਕੌਮਾਂ ਵਿੱਚ ਉੱਚਾ ਕੀਤਾ ਜਾਵੇਗਾ। ਆਓ ਅਸੀਂ ਡੈਨੀਅਲ ਅਧਿਆਇ 3 ਵਚਨ 1 ਉੱਤੇ ਜਾਈਏ। ਨਬੂਕਦਨੇਸਰ ਰਾਜੇ ਨੇ ਇੱਕ ਸੋਨੇ ਦੀ ਮੂਰਤ ਬਣਵਾਈ ਜਿਹਦੀ ਉਚਾਈ 60 ਹੱਥ ਤੇ ਚੌੜਾਈ 6 ਹੱਥ ਸੀ ਅਤੇ ਉਹਨੂੰ ਦੂਰਾ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ। ਤਦ ਨਬੂਕਦਨੇਸਰ ਰਾਜਾ ਨੇ ਲੋਕਾਂ ਨੂੰ ਘੱਲਿਆ ਕਿ ਸਜਾਦਿਆਂ, ਦੀਵਾਨਾਂ, ਨਿਆਂਕਾਰਾਂ, ਭੰਡਾਰਿਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਹ ਉਸ ਮੂਰਤ ਨੂੰ ਪਵਿੱਤਰ ਕਰਕੇ ਥਾਪਣ ਜਿਹੜੀ ਨਬੂਕਦਨੇਸਰ ਨੇ ਖੜੀ ਕੀਤੀ ਸੀ। ਤਾਂ ਸਜਾਦੇ, ਦੀਵਾਨ, ਸਰਦਾਰ, ਨਿਆਂਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤੀ ਦੀ ਚੱਠ ਲਈ ਜਿਹੜੀ ਨਬੂਕਦਨੇਸਰ ਨੇ ਖੜੀ ਕੀਤੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੇਸਰ ਨੇ ਖੜੀ ਕੀਤੀ ਸੀ ਖਲੋ ਗਏ। ਤਦ ਇੱਕ ਢੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਇਹ ਹੁਕਮ ਹੈ ਭਾਈ, ਜਿਸ ਵੇਲੇ ਤੁਰੀ, ਬਾਂਸਰੀ, ਤਾਊਸ, ਸਰੰਗੀ, ਬਰਤਨ, ਬੀਨ ਤੇ ਹਰ ਤਰ੍ਹਾਂ ਦੇ ਬਾਜਿਆਂ ਦੀ ਆਵਾਜ਼ ਸੁਣੋ। ਤਦ ਉਸ ਸੋਨੇ ਦੀ ਮੂਰਤ ਅੱਗੇ ਜਿਹਨੂੰ ਨਬੂਕਦਨੇਸਰ ਰਾਜਾ ਨੇ ਖੜਾ ਕੀਤਾ ਹੈ ਡਿੱਗ ਕੇ ਮੱਥਾ ਟੇਕੋ। ਵਚਨ 6, ਅਤੇ ਜਿਹੜਾ ਕੋਈ ਡਿੱਗ ਕੇ ਮੱਥਾ ਨਾ ਟੇਕੇ ਉਸੇ ਕੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ। ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰੀ, ਬਾਂਸਰੀ, ਤਾਊਸ, ਸਰੰਗੀ, ਬਰਤਨ ਔਰ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੀ, ਤਦ ਸਾਰੇ ਲੋਕਾਂ, ਕੌਮਾਂ ਅਤੇ ਭਾਖਿਆਂ ਨੇ ਡਿੱਗ ਕੇ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੇਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ। ਬਾਈਬਲ ਵਿੱਚ ਲਿਖਿਆ ਹੈ, ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਅਤੇ 10 ਹੁਕਮਾਂ ਵਿੱਚੋਂ ਇੱਕ ਕਹਿੰਦਾ ਹੈ ਕਿ ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾ। ਦਾਨੀਅਲ ਦੇ 3 ਮਿੱਤਰ ਸ਼ਦਰਕ, ਮੇਸ਼ਕ, ਅਬਦਨਗੋ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਸੀ। ਉਹ ਸਾਰੇ ਰਾਜਾ ਦੇ ਸਾਹਮਣੇ ਲਿਆਏ ਗਏ ਸੀ ਕਿਉਂਕਿ ਉਹਨਾਂ ਨੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ ਜਿਸ ਨੂੰ ਉਸਨੇ ਸਥਾਪਿਤ ਕੀਤਾ ਸੀ। ਵਚਨ 13,
ਤਦ ਨਬੂਕਦਨੇਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਦਿੱਤੀ ਕਿ ਸ਼ਦਰਕ, ਮੇਸ਼ਕ ਅਤੇ ਅਬਦਨੇਗੋ ਨੂੰ ਹਾਜ਼ਰ ਕਰੋ। ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਕੀਤਾ। ਨਬੂਕਦਨੇਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ, ਅਬਦਨੇਗੋ, ਕਿ ਇਹ ਸੱਚ ਹੈ ਕਿ ਤੁਸੀਂ ਮੇਰੇ ਦਿਉਤਾ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ। ਹੁਣ ਜੇ ਤੁਸੀਂ ਤਿਆਰ ਹੋ ਭਾਈ, ਜਿਸ ਵੇਲੇ ਤੁਸੀਂ ਤੁਰੀ, ਬਾਂਸੁਰੀ, ਤਾਊਸ, ਸਰੰਗੀ, ਬਰਤਨ, ਬੀਨ ਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਡਿੱਗ ਕੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ। ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ। ਅਤੇ ਉਹ ਦਿਉਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ। ਰਾਜੇ ਨੇ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਕਿਉਂਕਿ ਉਹ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਵਚਨ 16। ਤਾਂ ਸ਼ਦਰਕ, ਮੇਸ਼ਕ, ਅਬਦਨੇਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੇਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ। ਉਹਨਾਂ ਨੂੰ ਖੁਦ ਦਾ ਬਚਾਓ ਕਰਨ ਦੀ ਲੋੜ ਨਹੀਂ ਸੀ। ਪਰਮੇਸ਼ਰ ਸਾਨੂੰ ਜੋ ਪ੍ਰਦਾਨ ਕਰਦੇ ਹਨ ਉਸ ਦੇ ਮੁੱਲ ਦੀ ਤੁਲਨਾ ਉਸ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ ਜੋ ਇਸ ਧਰਤੀ ਉੱਤੇ ਕੋਈ ਵੀ ਰਾਜਾ ਸਾਨੂੰ ਦੇ ਸਕਦਾ ਹੈ। ਆਪਣੇ ਆਪ ਨੂੰ ਪੁੱਛੋ ਕਿ ਸਾਨੂੰ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਂ ਰਾਜਾ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵਚਨ 17। ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਉਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਉਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਹੀ ਸੋਨੇ ਦੀ ਮੂਰਤ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਤਦ ਨਬੂਕਦਨੇਸਰ ਨੇ ਆਪਣੇ ਆਪ ਵਿੱਚ ਤਿਉਂ ਖਾਧਾ ਅਤੇ ਉਹਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਅਬਦਨੇਗੋ ਉੱਤੇ ਬਦਲ ਗਿਆ। ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤਾਓ ਦਿਓ। ਇੱਕ ਪੱਠੇ ਦੀ ਵਰਤੋਂ ਲੋਹੇ ਦੀ ਤਰ੍ਹਾਂ ਧਾਤੂਆਂ ਨੂੰ ਪਿਘਲਾਉਣ ਲਈ ਕੀਤੀ ਜਾਂਦੀ ਸੀ। ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤਿਆਓ ਦਿਓ ਅਤੇ ਉਹਨੇ ਆਪਣੀ ਫੌਜ ਵਿੱਚੋਂ ਤੱਕੜੇ ਪਹਿਲਵਾਨਾਂ ਨੂੰ ਹੁਕਮ ਦਿੱਤਾ ਕਿ ਸ਼ਦਰਕ, ਮੇਸ਼ਕ, ਅਬਦਨੇਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ। ਇਹਨਾਂ 3 ਪੁਰਖਾਂ ਲਈ ਪਰਮੇਸ਼ਰ ਦੇ ਵਚਨ ਕਿਸੇ ਹੋਰ ਚੀਜ਼ ਦੀ ਤੁਲਨਾ ਨਾਲੋਂ ਜ਼ਿਆਦਾ ਮਹੱਤਵਪੂਰਨ ਅਤੇ ਕੀਮਤੀ ਸੀ। ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਧਰਤੀ ਉੱਤੇ ਆਪਣੇ ਸਥਾਈ ਜੀਵਨ ਨੂੰ ਵਧਾਉਣ ਲਈ ਕਿੰਨੀ ਕੋਸ਼ਿਸ਼ ਕਰਦੇ ਹਾਂ। ਅੱਜ ਨਹੀਂ ਤਾਂ ਕੱਲ੍ਹ ਅਸੀਂ ਸਾਰੇ ਮਰ ਜਾਵਾਂਗੇ। ਧਰਤੀ ਉੱਤੇ ਸਾਡੀ ਜ਼ਿੰਦਗੀ ਦੇ ਦਿਨ ਬਹੁਤ ਘੱਟ ਹਨ। ਇਹ ਇੱਕ ਪਲਕ ਝਪਕਣ ਦੇ ਵਾਂਗ ਹੈ। ਉਹਨਾਂ ਨੇ ਜੀਵਨ ਦੇ ਇਸ ਸਿਧਾਂਤ ਨੂੰ ਸਮਝਿਆ ਤੇ ਸਵਰਗ ਦੀਆਂ ਚੀਜ਼ਾਂ ਨੂੰ ਕੀਮਤੀ ਮੰਨਦੇ ਹੋਏ ਕਿਹਾ, ਅਸੀਂ ਪੱਕਾ ਹੀ ਉਹ ਨਹੀਂ ਕਰ ਸਕਦੇ ਜਿਸ ਨੂੰ ਕਰਨ ਦਾ ਪਰਮੇਸ਼ਰ ਨੇ ਹੁਕਮ ਨਹੀਂ ਦਿੱਤਾ। ਭਾਵੇਂ ਰਾਜਾ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਉਹਨਾਂ ਨੇ ਆਪਣਾ ਮਨ ਨਹੀਂ ਬਦਲਿਆ ਤਦ ਉਸਨੇ ਉਹਨਾਂ ਨੂੰ ਭੱਠੇ ਵਿੱਚ ਸੁੱਟ ਦਿੱਤਾ। ਭੱਠੇ ਵਿੱਚ ਸ਼ਦਰਕ, ਮੇਸ਼ਕ ਅਤੇ ਅਬਦਨੇਗੋ ਨੂੰ ਸੁੱਟਣ ਵਾਲੇ ਸੈਨਿਕ ਅੱਗ ਦੀ ਗਰਮੀ ਨਾਲ ਸੜ ਕੇ ਮਰ ਗਏ। ਪਰ ਅੱਗ ਨਾਲ ਤਿੰਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਝੁਲਸਿਆ। ਇੱਥੇ ਅਸੀਂ ਧਿਆਨ ਦੇਣਾ ਹੈ ਕਿ ਤਿੰਨਾਂ ਪੁਰਖਾਂ ਨੇ ਸਵਰਗ ਦੇ ਰਾਜ ਦੇ ਮੁੱਲ ਨੂੰ ਸਮਝਿਆ। ਉਹਨਾਂ ਨੇ ਸਭ ਤੋਂ ਵੱਧ ਕੀਮਤੀ ਕਿਸ ਨੂੰ ਮੰਨਿਆ? ਪਰਮੇਸ਼ਰ ਦੇ ਵਚਨ ਨੂੰ। ਉਹਨਾਂ ਨੇ ਹਮੇਸ਼ਾ ਪਰਮੇਸ਼ਰ ਦੀ ਦੱਸੀ ਹੋਈ ਗੱਲ ਤੇ ਧਿਆਨ ਦਿੱਤਾ। ਨਤੀਜੇ ਵਜੋਂ ਹੋਰ ਅਧਿਕਾਰੀਆਂ ਦੁਆਰਾ ਉਹਨਾਂ ਦਾ ਆਦਰ ਕੀਤਾ ਗਿਆ ਅਤੇ ਉਹ ਬਾਬੁਲ ਵਿੱਚ ਉੱਚੇ ਅਹੁਦੇ ਤੇ ਅਧਿਕਾਰੀ ਵੀ ਬਣੇ। ਇਹ ਬਹੁਤ ਘੱਟ ਹੁੰਦਾ ਹੈ ਕਿ ਰਾਜਾ ਇੱਕ ਗੁਲਾਮ ਬਣੇ ਲੋਕਾਂ ਨੂੰ ਆਪਣੇ ਅਧਿਕਾਰੀ ਦੇ ਰੂਪ 'ਚ ਨਿਯੁਕਤ ਕਰੇ। ਜਿਸ ਤਰ੍ਹਾਂ ਵਿਸ਼ਵਾਸ ਦੇ ਸਾਰੇ ਪੁਰਖੇ ਉਹਨਾਂ ਹਾਲਾਤਾਂ ਵਿੱਚ ਨਹੀਂ ਡਗਮਗਾਏ ਸੀ, ਮੈਨੂੰ ਯਕੀਨ ਹੈ ਕਿ ਤੁਸੀਂ ਤੇ ਮੈਂ ਵੀ ਅਜਿਹਾ ਹੀ ਕਰਾਂਗੇ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਅਸੀਂ ਉਹਨਾਂ ਲੋਕਾਂ ਦੇ ਕਈ ਰਿਕਾਰਡ ਪਾ ਸਕਦੇ ਹਾਂ ਜੋ ਕਿਸੇ ਵੀ ਹਾਲਾਤਾਂ ਵਿੱਚ ਪਰਮੇਸ਼ਰ ਦੇ ਪੱਖ ਵਿੱਚ ਖੜੇ ਸੀ। ਪਰਮੇਸ਼ਰ ਨੇ ਸਾਨੂੰ ਧਰਤੀ ਉੱਤੇ ਰਹਿਣ ਦੇ ਦੌਰਾਨ ਸੱਬਤ ਦਾ ਦਿਨ ਅਤੇ ਪਸਾਹ ਮਨਾਉਂਦੇ ਹੋਏ ਪਰਮੇਸ਼ਰ ਦੇ ਵਚਨ ਦਾ ਪਾਲਣ ਕਰਨਾ ਸਿਖਾਇਆ ਹੈ। ਜੋ ਵਚਨਾਂ ਦੁਆਰਾ ਸੇਧਿਤ ਹੁੰਦੇ ਹਨ ਉਹਨਾਂ ਨੂੰ ਸਾਰੀਆਂ ਕੌਮਾਂ ਵਿੱਚ ਉੱਚਾ ਕੀਤਾ ਜਾਵੇਗਾ। ਸਾਰਿਆਂ ਦੇਸ਼ਾਂ ਦੇ ਲੋਕਾਂ ਦੀ ਅਗਵਾਈ ਮੁਕਤੀ ਦੇ ਰਾਹ ਵਿੱਚ ਕਰਨ ਤੋਂ ਬਾਅਦ ਕੀ ਉਹ ਸਦੀਪਕ ਸਵਰਗ ਦੇ ਰਾਜ ਵਿੱਚ ਤਾਰਿਆਂ ਵਾਂਗ ਸਦਾ ਲਈ ਨਹੀਂ ਚਮਕਣਗੇ? ਆਓ ਅਸੀਂ ਮਤੀ ਅਧਿਆਇ 26 ਵਿੱਚ ਇੱਕ ਹੋਰ ਵਚਨ ਦੇਖੀਏ। ਮਤੀ ਅਧਿਆਇ 26 ਵਚਨ 6। ਅਤੇ ਜਦ ਯੀਸ਼ੂ ਬੈਤਨੀਆਂ ਵਿੱਚ ਸ਼ਮੌਨ ਕੋੜੀ ਦੇ ਘਰ ਸੀ ਤਾਂ ਇੱਕ ਤੀਵੀ ਮਹਿੰਗਾ ਮੁੱਲਾ ਅਤਰ ਸ਼ੀਸ਼ੀ ਵਿੱਚ ਉਸਦੇ ਕੋਲ ਲਿਆਈ ਔਰ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹਦੇ ਸਿਰ ਉੱਤੇ ਡੋਲ ਦਿੱਤਾ। ਪਰ ਚੇਲੇ ਇਹ ਦੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਾਹਨੂੰ ਹੋਇਆ?
ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। ਪਰ ਯੀਸ਼ੂ ਨੇ ਇਹ ਜਾਣ ਕੇ ਉਹਨਾਂ ਨੂੰ ਆਖਿਆ, ਇਸ ਤੀਵੀ ਨੂੰ ਕਿਉਂ ਔਖਾ ਕਰਦੇ ਹੋ, ਕਿਉਂ ਜੋ ਉਹਨੇ ਮੇਰੇ ਨਾਲ ਚੰਗਾ ਵਰਤਾਵ ਕੀਤਾ ਹੈ। ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਇਹ ਅਤਰ ਜੋ ਉਸਨੇ ਮੇਰੀ ਦੇਹ ਉੱਤੇ ਪਾਇਆ, ਸੋ ਮੇਰੇ ਦਫਨਾਉਣ ਲਈ ਕੀਤਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਇਸ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਇਹ ਵੀ ਜੋ ਉਹਨੇ ਕੀਤਾ ਹੈ ਉਹਦੀ ਯਾਦਗਾਰੀ ਵਿੱਚ ਕਿਹਾ ਜਾਵੇਗਾ। ਇੱਥੇ ਚੇਲੇ ਕਿਹਾ ਗਿਆ ਹੈ, ਪਰ ਯਹੂਨਾ ਦੇ 12 ਵਿੱਚ ਯਹੂਦਾ ਇਸਕਰਿਓਤੀ ਸੀ ਜਿਸ ਨੇ ਸੋਚਿਆ ਕਿ ਇਤਰ ਬਰਬਾਦ ਕੀਤਾ ਗਿਆ ਹੈ। ਯਹੂਨਾ ਅਧਿਆਇ 12 ਵਚਨ 1। ਫਿਰ ਪਸਾਹ ਤੋਂ 6 ਦਿਨ ਪਹਿਲਾਂ ਯੀਸ਼ੂ ਬੈਤਨੀਆ ਵਿੱਚ ਆਇਆ, ਜਿੱਥੇ ਲਾਜ਼ਰ ਸੀ ਜਿਹਨੂੰ ਯੀਸ਼ੂ ਨੇ ਮੁਰਦਿਆਂ ਵਿੱਚੋਂ ਜਿਲਾਇਆ ਸੀ। ਸੋ ਉੱਥੇ ਉਹਨਾਂ ਉਸਦੇ ਲਈ ਭੋਜਨ ਤਿਆਰ ਕੀਤਾ ਤੇ ਮਾਰਥਾ ਟਹਿਲ ਕਰਦੀ ਸੀ, ਪਰ ਲਾਜ਼ਰ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ। ਤਦ ਮਰੀਅਮ ਨੇ ਅੱਧ ਸੇਰ ਮਹਿੰਗਾ ਮੁੱਲਾ ਜਟਾ ਮਾਸੀ ਦਾ ਖਰਾ ਇਤਰ ਲੈ ਕੇ ਯੀਸ਼ੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹਦੇ ਚਰਨ ਪੂੰਝੇ ਅਤੇ ਘਰ ਇਤਰ ਦੀ ਵਾਸਨਾ ਨਾਲ ਭਰ ਗਿਆ। ਪਰ ਉਹਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਓਤੀ ਜੇ ਨੇ ਉਸ ਨੂੰ ਫੜਵਾਉਣਾ ਸੀ, ਆਖਿਆ, ਇਹ ਇਤਰ 150 ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ। ਪਰ ਉਹਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ, ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹਦੇ ਕੋਲ ਰਹਿੰਦੀ ਸੀ, ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਉਹਨੂੰ ਲੈ ਜਾਂਦਾ ਸੀ। ਤਾਂ ਯੀਸ਼ੂ ਨੇ ਆਖਿਆ, ਉਹਨੂੰ ਇਹ ਮੇਰੇ ਦਫਨਾਉਣ ਦੇ ਦਿਨ ਲਈ ਰਹਿਣ ਦਿਓ। ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਇੱਥੇ ਦੋ ਅਲੱਗ ਵਿਅਕਤੀ ਹਨ, ਮਰੀਅਮ ਅਤੇ ਯਹੂਦਾ ਇਸਕਰਿਓਤੀ। ਮਰੀਅਮ ਚੰਗੀ ਤਰ੍ਹਾਂ ਜਾਣਦੀ ਸੀ ਕਿ ਯੀਸ਼ੂ ਮਸੀਹ ਪਰਮੇਸ਼ਰ ਹਨ, ਜੋ ਮਨੁੱਖ ਜਾਤੀ ਨੂੰ ਬਚਾਉਣ ਲਈ ਧਰਤੀ ਉੱਤੇ ਆਏ ਹਨ। ਉਹਨਾਂ ਦੀ ਭੈਣ ਮਾਰਥਾ ਵੀ ਬਹੁਤ ਚੰਗੀ ਤਰ੍ਹਾਂ ਉਹ ਜਾਣਦੀ ਸੀ। ਇਸ ਲਈ ਯੀਸ਼ੂ ਸੱਚਮੁੱਚ ਮਰੀਅਮ ਦੇ ਪਰਿਵਾਰ ਦੀ ਦੇਖਭਾਲ ਕਰਦਾ ਸੀ ਅਤੇ ਉਸ ਨੂੰ ਪਿਆਰ ਕਰਦਾ ਸੀ। ਉਸ ਸਮੇਂ ਇੱਕ ਦਿਨ ਦੀ ਮਿਹਨਤ ਲਈ 1 ਦਿਨਾਰ ਦਿੱਤਾ ਜਾਂਦਾ ਸੀ, ਕਿਉਂਕਿ ਅਤਰ ਦਾ ਮੁੱਲ 300 ਦਿਨਾਰ ਸੀ। ਇਸ ਲਈ ਇਹ 1 ਸਾਲ ਦੀ ਮਜ਼ਦੂਰੀ ਦੇ ਬਰਾਬਰ ਸੀ। ਜਦੋਂ ਮਰੀਅਮ ਨੇ ਯੀਸ਼ੂ ਦੇ ਪੈਰਾਂ ਉੱਤੇ ਅਤਰ ਡੋਲਿਆ, ਤਦ ਯਹੂਦਾ ਇਸਕਰਿਓਤੀ ਨੂੰ ਲੱਗਿਆ ਕਿ ਇਹ ਬੇਕਾਰ ਹੋ ਗਿਆ ਹੈ ਅਤੇ ਉਸਨੇ ਸੋਚਿਆ, ਜੇਕਰ ਅਸੀਂ ਅਤਰ ਦੀ ਕੀਮਤੀ ਦੀ ਗਿਣਤੀ ਕਰੀਏ ਤਦ ਇਹ ਬਹੁਤ ਕੀਮਤੀ ਹੈ। ਯਹੂਦਾ ਇਸਕਰਿਓਤੀ ਨੇ ਅਤਰ ਦੀ ਮੁਦਰਾ ਕੀਮਤ ਬਾਰੇ ਸੋਚ ਕੇ ਉਸ ਨੂੰ ਬਹੁਤ ਕੀਮਤੀ ਮੰਨਿਆ। ਦੂਸਰੇ ਪਾਸੇ ਮਰੀਅਮ ਨੇ ਇਹ ਵਿਚਾਰ ਕਰਦੇ ਹੋਏ ਯੀਸ਼ੂ ਦੇ ਪੈਰਾਂ ਵਿੱਚ ਇਸ ਨੂੰ ਡੋਲਿਆ ਕਿ ਇਸ ਦੀ ਕੀਮਤ ਯੀਸ਼ੂ ਮਸੀਹ ਦੀ ਤੁਲਨਾ ਵਿੱਚ ਕੁਝ ਵੀ ਨਹੀਂ ਹੈ। ਜਦੋਂ ਅਸੀਂ ਕੁਝ ਕੰਮ ਕਰਦੇ ਹਾਂ ਤਦ ਸਾਨੂੰ ਹਮੇਸ਼ਾ ਖੁਦ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਇਹ ਸਵਰਗ ਦੇ ਮੁੱਲ ਬਾਰੇ ਸੋਚ ਕੇ ਕਰ ਰਿਹਾ ਹਾਂ ਜਾਂ ਫਿਰ ਮੈਂ ਸਿਰਫ ਇਸ ਦੁਨੀਆ ਦੀ ਵਡਿਆਈ ਬਾਰੇ ਸੋਚ ਰਿਹਾ ਹਾਂ। ਫਿਰ ਸਵਰਗ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਹੈ? ਜੇਕਰ ਅਸੀਂ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਦਾ ਸੰਖੇਪ ਕਰੀਏ ਤਦ ਇਹ ਪਰਮੇਸ਼ਰ ਦੇ ਵਚਨਾਂ ਨੂੰ ਮੰਨਣਾ ਅਤੇ ਉਹਨਾਂ ਦੇ ਅਨੁਸਾਰ ਜੀਣਾ ਹੈ। ਬਾਈਬਲ ਅਤੇ ਨਬੀਆਂ ਦੇ ਅਨੁਸਾਰ ਇਹ ਸਵਰਗ ਵਿੱਚ ਆਸ਼ੀਸ਼ਾਂ ਨੂੰ ਇਕੱਠਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ। ਮੁਬਾਰਕ ਹੋਵੋ ਤੁਸੀਂ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋ ਤੁਸੀਂ ਬਾਹਰ ਜਾਣ ਵਿੱਚ, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦਾ ਪਾਲਣ ਕਰਕੇ ਪੂਰਾ ਕਰੋ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਇਸ ਧਰਤੀ ਦੀ ਵਡਿਆਈ ਸਥਾਈ ਹੈ, ਪਰ ਜਲਦੀ ਹੀ ਗਾਇਬ ਹੋ ਜਾਏਗੀ, ਪਰ ਸਵਰਗ ਦੀ ਵਡਿਆਈ ਬਾਰੇ ਕੀ? ਉਹ ਹਮੇਸ਼ਾ ਹਮੇਸ਼ਾ ਰਹੇਗੀ। ਸਿਯੋਨ ਦੇ ਸਾਰੇ ਭੈਣੋ ਤੇ ਭਰਾਓ, ਆਓ ਅਸੀਂ ਹਮੇਸ਼ਾ ਇਸ ਗੱਲ ਤੇ ਵਿਚਾਰ ਕਰੀਏ ਕਿ ਇਸ ਧਰਤੀ ਉੱਤੇ ਕੀ ਕੀਮਤੀ ਮੰਨਿਆ ਜਾਂਦਾ ਹੈ ਅਤੇ ਸਵਰਗ ਵਿੱਚ ਕੀ ਕੀਮਤੀ ਮੰਨਿਆ ਜਾਂਦਾ ਹੈ, ਅਤੇ ਸਹੀ ਤਰ੍ਹਾਂ ਸਮਝੀਏ ਕਿ ਸਾਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਕਿਉਂ ਜੀਣਾ ਚਾਹੀਦਾ ਹੈ। ਮੈਨੂੰ ਉਤਸੁਕਤਾ ਨਾਲ ਆਸ ਹੈ ਕਿ ਤੁਸੀਂ ਇਸ ਆਸ਼ੀਸ਼ਿਤ ਦਿਨ ਤੇ ਪਰਮੇਸ਼ਰ ਨੂੰ ਹੋਰ ਜ਼ਿਆਦਾ ਵਡਿਆਈ, ਧੰਨਵਾਦ ਅਤੇ ਆਦਰ ਦਿਓਗੇ। ਆਸ ਕਰਦੇ ਹੋਏ ਕਿ ਤੁਹਾਨੂੰ ਜ਼ਿਆਦਾ ਕਿਰਪਾ ਪ੍ਰਾਪਤ ਹੋਈ, ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।